ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਸਿਮੀਪ੍ਰੀਤ ਕੌਰ ਦੁਆਰਾ ਲਿਖੀ ਗਈ ਕਹਾਣੀ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਤੈਨੂੰ ਦੂਰ ਵਿਆਹੂੰ। ਜਦੋਂ ਮੈਂ ਮਾਂ ਤੋਂ ਕੁਝ ਖਾਣ ਲਈ ਮੰਗਦੀ ਜਾਂ ਫਿਰ ਮੇਰੀ ਆਵਾਜ਼ ਕਿਸੇ ਹੋਰ ਗੱਲੋਂ ਬਾਪੂ ਦੇ ਕੰਨੀ ਜਾ ਪੈਂਦੀ, ਤੈਨੂੰ ਦੂਰ ਵਿਆਹੂੰ, ਇਹ ਸ਼ਬਦ ਮੇਰੇ ਲਈ ਸੌਗਾਤ ਹੀ ਸਨ। ਬਾਪੂ ਮੇਰੇ ਨਾਲ ਕੋਈ ਹੋਰ ਗੱਲ ਤਾਂ ਕਰਦਾ ਨਹੀਂ ਸੀ, ਭਾਵੇਂ ਇਹ ਸ਼ਬਦ ਮੇਰੇ ਮਨ ਨੂੰ ਚੰਗੇ ਨਹੀਂ ਲੱਗਦੇ ਸਨ, ਪਰ ਮਨ ਨੂੰ ਇੱਕ ਤਸੱਲੀ ਸੀ ਕਿ ਬਾਪੂ ਮੇਰੇ ਲਈ ਕੁਝ ਬੋਲਦਾ ਤਾਂ ਹੈ। ਅੱਖਾਂ ਭਰੀ ਮੈਂ ਇਹਨਾਂ ਪਲਾਂ ਨੂੰ ਚੇਤੇ ਕਰ ਰਹੀ ਸਾਂ। ਅੱਜ ਮੈਂ ਬਾਪੂ ਨੂੰ ਜਾ ਕੇ ਆਖਾਂਗੀ, ਆ ਉੱਠ ਦੇਖ ਬਾਪੂ, ਮੈਂ ਦੂਰੋਂ ਆਈ ਹਾਂ ਤੈਨੂੰ ਮਿਲਣ। ਜੇ ਨਾ ਉੱਠਿਆ ਤਾਂ ਬਾਹੋਂ ਫੜ ਉਠਾਵਾਂਗੀ ਤੇ ਪੁੱਛਾਂਗੀ, ਕੱਢ ਲਈ ਦਿਲ ਦੀ ਭੜਾਸ, ਹੋ ਗਿਆ ਦਿਲ ਰਾਜੀ ਤੇਰਾ ਮੈਨੂੰ ਦੂਰ ਵਿਆਹ ਕੇ। ਫਿਰ ਇੱਕ ਸੱਚ ਨੇ ਮੈਨੂੰ ਸੁਪਨੇ 'ਚੋਂ ਕੱਢ ਕੇ ਹਕੀਕਤ ਵਿੱਚ ਲਿਆਂਦਾ। ਬਾਪੂ ਨੂੰ ਕਿੱਥੋਂ ਉਠਾ ਲੈਂਗੀ, ਉਹ ਤਾਂ ਸੌਂ ਗਿਆ ਗੂੜੀ ਨੀਂਦਰੇ। ਅੱਜ ਦਿਲ ਕਰਦਾ ਸੀ ਖੰਭ ਲਾ ਕੇ ਉੱਡ ਜਾਵਾਂ ਤੇ ਬਾਪੂ ਦੀ ਲੋਥ ਤੇ ਧਾਹਾਂ ਮਾਰ ਕੇ ਰੋਵਾਂ, ਪਰ ਗੱਡੀ ਤਾਂ ਆਪਣੀ ਚਾਲੇ ਤੁਰੀ ਜਾ ਰਹੀ ਸੀ। ਭਾਵੇਂ ਬਾਪੂ ਦੇ ਦਿਲ ਵਿੱਚ ਮੇਰੇ ਲਈ ਕੋਈ ਥਾਂ ਨਹੀਂ ਸੀ, ਪਰ ਮੇਰੇ ਲਈ ਤਾਂ ਉਹ ਪਿਓ ਸੀ, ਜਿਸ ਪਿਓ ਨੇ ਮੈਨੂੰ ਕਦੇ ਨਾ ਧੀ ਵਾਲਾ ਦਰਜਾ ਦਿੱਤਾ ਤੇ ਨਾ ਹੀ ਕਦੀ ਪਿਆਰ। ਮੇਰੇ ਹੰਝੂ ਆਪ ਮੁਹਾਰੇ ਅੱਖੋਂ ਬਾਹਰ ਆ ਗਏ। ਮੈਂ ਆਪਣੇ ਰੁਮਾਲ ਨਾਲ ਹੰਝੂਆਂ ਨੂੰ ਪੋਛਿਆ। ਮੇਰੇ ਨਾਲ ਕਿਹੜਾ ਕੋਈ ਹੋਰ ਸੀ ਜਿਹੜਾ ਆਸ-ਪਾਸ ਬੈਠੇ ਲੋਕਾਂ ਦੀ ਨਿਗਾਹ ਮੇਰੇ ਵੱਲ ਘੁੰਮ ਰਹੀ ਸੀ। ਮੈਂ ਆਪਣਾ ਮੋਬਾਈਲ ਫੋਨ ਕੱਢ ਕੇ ਵੱਡੇ ਭਰਾ ਦਾ ਨੰਬਰ ਮਿਲਾਇਆ। ਵੀਰ, ਮੈਨੂੰ ਸਟੇਸ਼ਨ ਤੋਂ ਆ ਕੇ ਲੈ ਜਾਈਂ, ਲਾਗੇ ਆ ਕੇ ਫਿਰ ਫੋਨ ਕਰ। ਮੇਰੀ ਗੱਲ ਨੂੰ ਵਿੱਚੋਂ ਹੀ ਕੱਟਦੇ ਹੋਏ ਉਹ ਬੋਲਿਆ, ਨਹੀਂ ਜੀਤੀਏ, ਸਾਥੋਂ ਨਹੀਂ ਆ ਹੋਣਾ, ਤੂੰ ਆਪੇ ਆ ਜਾਈਂ, ਨਾਲੇ ਤੈਨੂੰ ਵੀ ਰਾਹ ਦਾ ਪਤਾ। ਸਾਡਾ ਤਾਂ ਆਪਣਾ ਨਹੀਂ ਪਤਾ ਕਦੋਂ ਤੁਰੀਏ, ਘਰੇ ਮਿਸਤਰੀ ਲਾਇਆ ਹੋਇਆ, ਦਿਹਾੜੀ ਤਾਂ ਪੂਰੀ ਕਰਵਾਉਣੀ ਹੈ ਨਾ ਹੁਣ। ਭਰਾ ਇੱਕੋ ਸਾਹ ਵਿੱਚ ਆਪਣੀ ਮਜਬੂਰੀ ਸੁਣਾ ਗਿਆ। ਫਿਰ ਸੋਚਿਆ ਦੂਜੇ ਭਰਾ ਨੂੰ ਆਖ ਦਿੰਦੀ ਹਾਂ, ਪਰ ਮਨ ਵਿੱਚ ਔੜੀ ਕਿ ਪਤਾ ਨਹੀਂ ਉਹ ਕੀ ਜਵਾਬ ਦਊ। ਇਹ ਸੋਚ ਕੇ ਮੈਂ ਮੋਬਾਈਲ ਪਰਸ ਵਿੱਚ ਪਾ ਲਿਆ। ਬਾਪੂ ਨੂੰ ਜਾ ਕੇ ਪੁੱਛਾਂਗੀ ਕਿ ਬਾਪੂ ਤੇਰੇ ਪੁੱਤਾਂ ਨੇ ਕਿੰਨੀ ਕੁ ਸੇਵਾ ਕੀਤੀ ਤੇਰੀ। ਸ਼ੇਰ ਆਖਦਾ ਹੁੰਦਾ ਸੀ ਉਦੋਂ ਤਾਂ, ਹੁਣ ਤੇਰੇ ਸ਼ੇਰ ਕਿੱਥੇ ਨੇ? ਮੈਨੂੰ ਤਾਂ ਬਾਪੂ ਸ਼ਾਇਦ ਦੁਨੀਆ 'ਚ ਆਉਣ ਹੀ ਨਾ ਦਿੰਦਾ, ਜਾਂ ਫਿਰ ਆਉਂਦਿਆਂ ਹੀ ਗਲਾ ਘੁੱਟ ਕੇ ਮਾਰ ਦਿੰਦਾ। ਬਾਪੂ ਦੀ ਜਿਨ੍ਹਾਂ ਨਾਲ ਬਹਿਣੀ ਉੱਠਣੀ ਸੀ, ਉਹ ਅੱਤ ਦੇ ਨਸ਼ੇੜੀ ਸੀ। ਭਾਵੇਂ ਬਾਪੂ ਆਪ ਸ਼ਰਾਬ ਤੋਂ ਬਿਨਾਂ ਕੋਈ ਹੋਰ ਨਸ਼ਾ ਨਹੀਂ ਕਰਦਾ ਸੀ, ਪਰ ਯਾਰੀ ਤਾਂ ਚੰਦਰੇ ਲੋਕਾਂ ਨਾਲ ਸੀ। ਉਸ ਰਾਤ ਮਾਂ ਦਾ ਚਿੱਤ ਬਹੁਤ ਘਬਰਾ ਰਿਹਾ ਸੀ। ਅਜੇ ਥੋੜ੍ਹੇ ਹੀ ਦਿਨ ਟੱਪੇ ਸੀ ਤੇ ਮਾਂ ਨੇ ਬਾਪੂ ਨੂੰ ਨਹੀਂ ਦੱਸਿਆ ਸੀ ਅਜੇ ਮੈਂ ਮਾਂ ਦੇ ਪੇਟ ਵਿੱਚ ਆ ਗਈ ਸਾਂ। ਮਾਂ ਨੂੰ ਗੋਲੀ ਲਿਆ ਕੇ ਦੇਣ ਦਾ ਆਖ ਬਾਪੂ ਘਰੋਂ ਨਿਕਲਿਆ ਸੀ, ਪਰ ਗੋਲੀ ਲਿਆਉਣ ਦੀ ਥਾਂ ਆਪਣੇ ਯਾਰਾਂ ਦੀ ਟਾਹਣੀ ਵਿੱਚ ਆ ਬੈਠਾ। ਮਾਂ 2 ਘੰਟੇ ਉਡੀਕਦੀ ਰਹੀ। ਜੁੰਡਲੀ ਦੀ ਆਪਸ ਵਿੱਚ ਲੜਾਈ ਹੋ ਗਈ। ਨਸ਼ੇ ਨੇ ਹੋਸ਼ ਭੁਲਾ ਦਿੱਤੇ। ਬਾਪੂ ਥੋੜਾ ਹੋਸ਼ ਵਿੱਚ ਸੀ ਤੇ ਉਸਨੇ ਬੜਾ ਸਮਝਾਇਆ ਬੁਝਾਇਆ, ਪਰ ਹੱਥੋਂ ਪਾਈ ਹੁੰਦਿਆਂ ਇੱਕ ਜਣਾ ਬੁੜਕ ਗਿਆ। ਪੁਲਿਸ ਨੇ ਸਾਰੀ ਜੁੰਡਲੀ ਨੂੰ ਕਤਲ ਦੇ ਕੇਸ 'ਚ ਅੰਦਰ ਕਰ ਦਿੱਤਾ। ਬਾਹਰ ਆ ਕੇ ਬਾਪੂ ਨੇ ਨਵਾਂ ਢੌਂਗ ਕੱਢ ਲਿਆ। ਇਸ ਮਨਹੂਸ ਕਰਕੇ ਮੈਨੂੰ ਜੇਲ੍ਹ ਜਾਣਾ ਪੈ ਗਿਆ। ਇਹ ਤੇਰੇ ਢਿੱਡ 'ਚ ਵੜੀ ਤੇ ਮੈਂ ਜੇਲ੍ਹ। ਸਾਡੇ ਖਾਨਦਾਨ ਨੇ ਕਦੇ ਥਾਣਿਆਂ ਦਾ ਮੂੰਹ ਨਹੀਂ ਸੀ ਵੇਖਿਆ। ਇਹਨੂੰ ਮੇਰੇ ਤੋਂ ਪਰੇ ਹੀ ਰੱਖੀ, ਮੇਰੇ ਮੂਹਰੇ ਨਾ ਆਉਣ ਦੇਈਂ ਇਹਨੂੰ। ਬਾਪੂ ਨੂੰ ਮੈਂ ਪੁੱਛਣਾ ਚਾਹੁੰਦੀ ਸਾਂ ਕਿ ਉਹ ਜੇਲ੍ਹ ਗਿਆ ਤਾਂ ਆਪਣੀ ਗਲਤੀ ਕਰਕੇ, ਮੇਰੇ ਜੰਮਣ ਕਰਕੇ ਕਿੰਜ? ਮੈਨੂੰ ਮਨਹੂਸ ਆਖ ਕੇ ਉਹ ਆਪਣੇ ਗੁਨਾਹ ਲੁਕਾ ਲੈਣਾ ਚਾਹੁੰਦਾ ਸੀ। ਸਮੇਂ ਦੀ ਤਾਣੀ ਵਿੱਚ ਮੈਂ ਬੇਲ ਵਾਂਗ ਵਧਣ ਲੱਗੀ। ਮਾਂ ਮੇਰੇ ਖੰਭਾਂ ਨੂੰ ਪ੍ਰਵਾਸ ਦੇਣਾ ਚਾਹੁੰਦੀ ਸੀ, ਪਰ ਬਾਪੂ ਦੇ ਡਰ ਨੇ ਮੇਰੇ ਖੰਭਾਂ ਨੂੰ ਖੁੱਲ੍ਹਣ ਲਈ ਇਜਾਜ਼ਤ ਹੀ ਨਹੀਂ ਦਿੱਤੀ। ਮੈਥੋਂ ਵੱਡੇ 2 ਭਰਾਵਾਂ ਲਈ ਬਾਪੂ ਹੱਥੀਂ ਛਾਵਾਂ ਕਰਦਾ। ਚੰਗੇ ਸਕੂਲਾਂ ਵਿੱਚ ਪੜ੍ਹਾਉਣ ਮਗਰੋਂ ਕਾਲਜਾਂ ਵਿੱਚ ਤੋਰਿਆ। ਮਾਂ ਨੇ ਬੜੀ ਮੁਸ਼ਕਿਲ ਨਾਲ ਮੈਨੂੰ 5ਵੀਂ ਕਰਵਾਈ। ਬਾਪੂ ਦੀ ਨਫ਼ਰਤ ਮੈਨੂੰ ਸੋਚਣ ਲਈ ਮਜਬੂਰ ਕਰਦੀ ਸੀ ਕਿ ਬਾਪੂ ਮੇਰੇ ਨਾਲ ਇੰਨਾ ਵਿਤਕਰਾ ਕਿਉਂ ਕਰਦਾ। ਮੇਰੇ ਤੇ ਮੇਰੇ ਭਰਾਵਾਂ ਵਿੱਚ ਜੋ ਫਰਕ ਸੀ, ਉਹ ਬਾਪੂ ਦੀ ਨਜ਼ਰ ਵਿੱਚ ਬਹੁਤ ਵੱਡਾ ਸੀ। ਜੇ ਮੈਂ ਮਾਂ ਨਾਲ ਕੋਈ ਗੱਲ ਕਰ ਰਹੀ ਹੁੰਦੀ ਤੇ ਬਾਪੂ ਦੇ ਕੰਨੀ ਪੈ ਜਾਂਦੀ, ਤਾਂ ਉਹ ਝੱਟ ਅੱਗ ਬਬੂਲਾ ਹੋ ਉੱਠਦਾ। ਬੋਲ ਲੈ ਜਿੰਨਾ ਬੋਲਣਾ ਤੂੰ, ਤੈਨੂੰ ਤਾਂ ਮੈਂ ਐਸੇ ਥਾਂ ਵਿਆਹੂੰ ਜਿੱਥੋਂ ਤੂੰ ਨਾ ਕਦੇ ਆ ਸਕੀ ਤੇ ਨਾ ਹੀ ਤੇਰੇ ਬੋਲ ਸਾਡੇ ਕੰਨੀ ਪੈਣ। ਮਾਂ ਦੀਆਂ ਸੀਨੇ ਵਿਚਲੀਆਂ ਸਿਸਕੀਆਂ ਆਖ ਰਹੀਆਂ ਹੁੰਦੀਆਂ ਸੀ ਕਿ ਤੇਰੇ ਕੰਨਾਂ ਨੂੰ ਹੀ ਚੰਗੇ ਬੋਲ ਨਹੀਂ ਲੱਗਦੇ। ਮੈਂ ਤਾਂ ਢਿੱਡੋਂ ਜਣੀ ਆ।
ਮੇਰੇ ਦਿਲ ਤੋਂ ਪੁੱਛ ਕੇ ਦੇਖ, ਮੈਂ ਕਿਵੇਂ ਦੂਰ ਵਿਆਹੂੰ। ਫਿਰ ਮਾਂ ਮੇਰੇ ਚਿਹਰੇ ਤੋਂ ਪੜ੍ਹਨਾ ਚਾਹੁੰਦੀ ਕਿ ਮੇਰੇ ਉੱਤੇ ਬਾਪੂ ਦੇ ਤਿੱਖੇ ਬੋਲਾਂ ਦਾ ਕੀ ਅਸਰ ਪੈਂਦਾ, ਪਰ ਮੇਰੇ ਚਿਹਰੇ 'ਤੇ ਚਿੰਤਾ ਦੀ ਕੋਈ ਲਕੀਰ ਨਾ ਵੇਖ ਕੇ ਆਪਣੇ ਬੋਝ ਤੋਂ ਸੁਰਖਰੂ ਹੋ ਜਾਂਦੀ। ਬਾਪੂ ਦੀ ਬੇਰੁਖੀ ਦਾ ਮੇਰੇ 'ਤੇ ਕੋਈ ਅਸਰ ਤਾਂ ਹੀ ਪੈ ਸਕਦਾ ਸੀ ਜੇ ਮੈਂ ਕਦੇ ਬਾਪੂ ਦਾ ਪਿਆਰ ਮਾਣਿਆ ਹੁੰਦਾ। ਜਦ ਤੋਂ ਬਾਪੂ ਨਾਲ ਵਾਹ ਪਿਆ ਸੀ, ਸਿਰਫ ਗਾਲਾਂ ਹੀ ਤਾਂ ਨਸੀਬ ਹੋਈਆਂ ਸਨ। ਗੱਡੀ ਦੀ ਕੂੰ-ਕੂੰ ਨੇ ਮੈਨੂੰ ਯਾਦਾਂ ਦੀ ਨੀਂਦ ਤੋਂ ਉਠਾ ਦਿੱਤਾ। ਗੱਡੀ ਰੁਕ ਗਈ ਸੀ, ਕੋਈ ਸਟੇਸ਼ਨ ਸੀ ਆਇਆ। ਗੁਰਦੁਆਰੇ ਦੇ ਦਰਸ਼ਨਾਂ ਲਈ ਸੰਗਤ ਸੀ ਆਈ ਹੋਈ। ਮੈਂ ਫਿਰ ਕਿਸੇ ਜਾਤ ਦੇ ਕੋਨੇ ਵਿੱਚ ਜਾ ਜੁੜੀ। ਮੈਨੂੰ ਤਾਂ ਬਾਪੂ ਦੀ ਕੈਦ ਵਿੱਚ ਕਿਸੇ ਗੁਰਦੁਆਰੇ ਜਾਣ ਦੀ ਇਜਾਜ਼ਤ ਨਹੀਂ ਸੀ। ਮੇਰੇ ਆਨੰਦ ਕਾਰਜਾਂ ਵਾਲੇ ਦਿਨ ਬਾਪੂ ਪਤਾ ਨਹੀਂ ਮੈਨੂੰ ਕਿਵੇਂ ਲੈ ਗਿਆ ਸੀ। ਆਨੰਦ ਕਾਰਜ ਜਿਨ੍ਹਾਂ ਦਾ ਅਰਥ ਉਦੋਂ ਮੈਂ ਕੀ ਜਾਣਦੀ ਸੀ, ਨਾ ਕੋਈ ਰਸਮ, ਨਾ ਕੋਈ ਸ਼ਗਨ ਵਿਹਾਰ। ਚੂੜੀਆਂ ਲਓ ਚੂੜੀਆਂ, ਆਵਾਜ਼ ਦਿੰਦਾ ਵਣਜਾਰਾ ਆਇਆ ਸੀ ਇੱਕ ਵਾਰ ਗਲੀ ਵਿੱਚ। ਪਤਾ ਨਹੀਂ ਕਿੱਥੋਂ ਮੈਨੂੰ ਚਾਹ ਚੜਿਆ ਉਸ ਦਿਨ। ਮੈਂ ਮਾਂ ਨੂੰ ਕਿਹਾ, ਬੀਬੀ ਚੂੜੀਆਂ ਲੈ ਦੇ, ਲਾਲ ਜਾਂ ਹਰੇ ਰੰਗ ਦੀਆਂ, ਕੱਚ ਦੀਆਂ। ਮਾਂ ਸਿਰ 'ਤੇ ਪਾਥੀਆਂ ਦਾ ਟੋਕਰਾ ਲੈ ਕੇ ਚੁੱਲ੍ਹੇ ਮੂਹਰੇ ਰੱਖਣ ਜਾ ਰਹੀ ਸੀ। ਵਿਚਾਰੀ ਨੇ ਝੱਟ ਥਾਂ ਹੀ ਟੋਕਰਾ ਧਰ ਵਣਜਾਰੇ ਨੂੰ ਆਵਾਜ਼ ਮਾਰੀ। ਵਣਜਾਰੇ ਨੇ ਮੇਰੀ ਸੱਜੀ ਵੀਣੀ ਵਿੱਚ ਹਰੀਆਂ ਚੂੜੀਆਂ ਚੜ੍ਹਾ ਦਿੱਤੀਆਂ। ਖੱਬੀ ਬਾਂਹ ਵਿੱਚ ਚੂੜੀਆਂ ਚੜ੍ਹਾਉਣ ਲਈ ਮੈਂ ਉਸਦੇ ਅੱਗੇ ਅਜੇ ਕੀਤੀ ਹੀ ਸੀ ਕਿ ਬਾਪੂ ਬਾਹਰੋਂ ਆ ਗਿਆ। ਉਸ ਦੀਆਂ ਅੱਖਾਂ ਵਿੱਚ ਲਾਲੀ ਸਾਫ਼ ਨਜ਼ਰ ਆ ਰਹੀ ਸੀ। ਉਸਨੇ ਮੇਰੀ ਬੰਗਾਂ ਵਾਲੀ ਬਾਹੋਂ ਫੜ ਖੜਾ ਕਰ ਲਿਆ ਤੇ ਕੌਲੇ ਨਾਲ 2-3 ਵਾਰ ਮਾਰਿਆ। ਮੇਰੀਆਂ ਚੂੜੀਆਂ ਦੇ ਤੜਕ-ਤੜਕ ਕਰਕੇ ਟੁਕੜੇ ਹੋ ਗਏ। ਮੇਰੀ ਵੀਣੀ ਵਿੱਚ ਬੰਗਾਂ ਦੇ ਟੁਕੜੇ ਖੁੱਭਣ ਨਾਲ ਖੂਨ ਵਗਣ ਲੱਗਾ। ਖੂਨ ਦੇ ਤੁਪਕੇ ਤਿਪ-ਤਿਪ ਕਰਦੇ ਹੇਠਾਂ ਡਿੱਗੇ। ਵੰਗਾਂ ਦੇ ਹਰੇ ਟੋਟਿਆਂ ਨੂੰ ਲਾਲ ਕਰਨ ਲੱਗੀ। ਮਾਂ ਨੇ ਗਲ ਵਾਲੀ ਚੁੰਨੀ ਨਾਲ ਮੇਰੀ ਬਾਂਹ ਨੂੰ ਵਲੇਟ ਲਿਆ। ਵਿਹੜੇ ਵਿੱਚ ਆਉਂਦੇ ਬਾਪੂ ਨੇ ਪਾਥੀਆਂ ਵਾਲੇ ਟੋਕਰੇ ਨੂੰ ਪੈਰ ਮਾਰ ਸਾਰੇ ਵਿਹੜੇ ਵਿੱਚ ਖਿਲਾਰ ਦਿੱਤਾ। ਉੱਚੀ-ਉੱਚੀ ਬੋਲਣ ਲੱਗਾ, ਕਿਵੇਂ ਚਾ ਚੜਿਆ ਵੰਗਾਂ ਦਾ, ਤੇਰੇ ਗਲ ਫਾਹਾ ਪਾਉਣਾ ਹੀ ਪੈਣਾ ਮੈਨੂੰ। ਬੁੜਬੜਾਉਂਦਾ ਬਾਪੂ ਬਾਹਰ ਨੂੰ ਨਿਕਲ ਗਿਆ। ਸ਼ਾਮੀ ਬਾਪੂ ਘਰ ਪਰਤਿਆ ਤੇ ਮਾਂ ਨੂੰ 2-3 ਦਿਨ ਬਾਹਰ ਜਾਣ ਦਾ ਆਖ ਤੁਰ ਗਿਆ। ਤੀਜੇ ਦਿਨ ਬਾਪੂ ਰਾਤ ਦਿਨ ਢਲੇ ਘਰ ਪਰਤਿਆ। ਆਪਣੇ ਹੱਥ ਵਿਚਲਾ ਲਿਫਾਫਾ ਮਾਂ ਦੇ ਮੂਹਰੇ ਕਰਦਾ ਬੋਲਿਆ, ਸੂਟ ਆ ਇਹਦੇ ਵਿੱਚ, ਰਾਤੋਂ ਰਾਤ ਤਿਆਰ ਕਰ ਲੈ, ਸਵੇਰੇ ਨੰਦ ਦੇਣੇ ਆ। ਐਨੀ ਛੇਤੀ? ਅਜੇ ਇਹਦੀ ਉਮਰ। ਮਾਂ ਦੇ ਵਾਕ ਨੂੰ ਪੂਰਾ ਹੋਣ ਤੋਂ ਪਹਿਲਾਂ ਵਿੱਚੋਂ ਟੋਕਦੇ ਹੋਏ ਬਾਪੂ ਬੋਲਿਆ, ਮੈਂ ਤੇਰੀ ਬਕਵਾਸ ਨਹੀਂ ਸੁਣਨੀ, ਮੈਂ ਜੋ ਕਹਿ ਤਾਂ ਉਹੀ ਹੋਣਾ। ਅੱਗੋਂ ਮਾਂ ਦੀ ਹਿੰਮਤ ਹੀ ਨਹੀਂ ਪਈ ਕਿ ਉਹ ਬਾਪੂ ਤੋਂ ਕੁਝ ਪੁੱਛ ਸਕਦੀ। ਕਿੱਥੇ ਭੇਜਣ ਲੱਗਾ ਮੇਰੀ ਧੀ ਨੂੰ? ਮੁੰਡਾ ਕਿਹੋ ਜਿਹਾ, ਕੀ ਕਰਦਾ, ਪਰਿਵਾਰ, ਪਿੰਡ, ਅੱਗਾ ਪਿੱਛਾ? ਸਾਰੇ ਪ੍ਰਸ਼ਨ ਮਾਂ ਦੇ ਸੀਨੇ ਵਿੱਚ ਪ੍ਰਸ਼ਨ ਚਿੰਨ੍ਹ ਬਣ ਕੇ ਰਹਿ ਗਏ। ਮਾਂ ਨੇ ਮੇਰੇ ਵੱਲ ਗੌਰ ਨਾਲ ਤੱਕਿਆ, ਜਿਵੇਂ ਰਾਤੋਂ ਰਾਤ ਉਹ ਮੇਰੀ ਕੱਚੀ ਉਮਰ ਪਕਾਉਣਾ ਚਾਹੁੰਦੀ ਹੋਵੇ। ਮੁੜ ਉਸਨੇ ਪੇਟੀ ਦੇ ਦੋੜੇ ਥੱਲਿਓਂ 100 ਰੁਪਏ ਦਾ ਇੱਕ ਨੋਟ ਚੁੱਕਿਆ। ਮੈਂ ਹੁਣੇ ਆਉਣੀ ਆ, ਆਖਦੀ ਮਾਂ ਬਾਹਰ ਨੂੰ ਤੁਰ ਗਈ। ਮੈਂ ਆਪਣੇ ਸਾਹਮਣੇ ਪਏ ਲਾਲ ਸੂਟ ਨੂੰ ਵੇਖਿਆ। ਨਾ ਮੇਰੇ ਚਿਹਰੇ 'ਤੇ ਕੋਈ ਖੁਸ਼ੀ ਸੀ ਤੇ ਨਾ ਹੀ ਕੋਈ ਦੁੱਖ। ਥੋੜ੍ਹੇ ਚਿਰ ਮਗਰੋਂ ਮਾਂ ਵਾਪਸ ਮੁੜ ਆਈ। ਲਾਲ ਰੰਗ ਦੀਆਂ ਚੂੜੀਆਂ ਤੇ ਮਹਿੰਦੀ ਲੈ ਕੇ ਆਈ ਸੀ। ਅੱਜ ਪਹਿਲੀ ਵਾਰ ਮਾਂ ਨੇ ਹੱਟੀ ਤੇ ਜਾਣ ਦਾ ਹੀਣਾ ਪਤਾ ਨਹੀਂ ਕਿਵੇਂ ਕਰ ਲਿਆ ਸੀ। ਉਸਨੇ ਕੌਲੀ ਲੈ ਕੇ ਮਹਿੰਦੀ ਭਿਉਂ ਦਿੱਤੀ। ਮੁੜ ਮਾਂ ਸੂਟ ਕੱਟਣ ਬੈਠ ਗਈ। ਠੰਡੀ ਮਿੱਠੀ ਰੁੱਤ ਸੀ। ਸੂਟ ਕੱਟ ਕੇ ਉਸਨੇ ਮੈਨੂੰ ਰਜਾਈ ਦੇ ਕੇ ਮੰਜੇ 'ਤੇ ਬਿਠਾ ਦਿੱਤਾ। ਬਾਹਰੋਂ ਬੋਹਕਰ ਦਾ ਇੱਕ ਤੀਲਾ ਲੈ ਆਈ ਤੇ ਮੇਰੇ ਹੱਥਾਂ 'ਤੇ ਮਹਿੰਦੀ ਨਾਲ ਬੇਲ ਬੂਟੇ ਵਾਹੁਣ ਲੱਗੀ। ਨਾਲ ਹੀ ਮੂੰਹੋਂ ਵਾਹਿਗੁਰੂ ਵਾਹਿਗੁਰੂ ਉਚਾਰਨ ਲੱਗੀ। ਰੱਬ ਦਾ ਨਾਂ ਉਚਾਰਦੀ ਹੋਈ ਮਨ ਅੰਦਰ ਉਹ ਮੇਰੀ ਅਗਲੀ ਜ਼ਿੰਦਗੀ ਦੇ ਸੁੱਖ ਦੀਆਂ ਦੁਆਵਾਂ ਕਰ ਰਹੀ ਸੀ। ਧੀਏ, ਮੈਨੂੰ ਮਾਫ਼ ਕਰ ਦੇ। 12 ਸਾਲ ਦੀ ਵੀ ਕੋਈ ਉਮਰ ਹੁੰਦੀ ਆ ਵਿਆਹੁਣ ਦੀ। ਮੇਰਾ ਵੱਸ ਨਹੀਂ ਚੱਲਦਾ। ਰੱਬ ਤੈਨੂੰ ਸੁੱਖ ਦੇਵੇ। ਇਸ ਨਰਕ 'ਚੋਂ ਨਿਕਲ ਚੱਲੀ ਐ। ਇੱਕ ਗੱਲੋਂ ਚੰਗਾ ਹੋ ਗਿਆ। ਮਾਂ ਆਪਣੇ ਮਨ ਨਾਲ ਗੱਲਾਂ ਕਰਕੇ ਆਪਣੇ ਆਪ ਨੂੰ ਤਸੱਲੀ ਦੀ ਖੁਸ਼ ਸੀ, ਜਿਵੇਂ ਉਹ ਕਿਸੇ ਬੋਝ ਤੋਂ ਸੁਰਖਰੂ ਹੋ ਜਾਣਾ ਚਾਹੁੰਦੀ ਹੋਵੇ। ਪਰ ਅੰਦਰਲੇ ਸੀਨੇ ਦੀ ਹੂਕ ਦੱਸਦੀ ਸੀ ਕਿ ਉਹ ਮਾਂ ਵਾਲੇ ਦਰਦ ਤੋਂ ਵੰਚਿਤ ਨਹੀਂ ਹੋ ਸਕਦੀ ਸੀ। ਮਾਂ ਨੇ ਵਿੰਗੇ ਟੇਢੇ ਫੁੱਲ ਬੂਟੇ ਮੇਰੇ ਹੱਥਾਂ 'ਤੇ ਵਾਹ ਦਿੱਤੇ। ਮਹਿੰਦੀ ਲਾ ਕੇ ਉਹ ਸੂਟ ਸਿਉਣ ਬਹਿ ਗਈ।
ਸਵੇਰੇ ਸਵਖਤੇ ਮਾਂ ਨੇ ਮੈਨੂੰ ਜਗਾ ਕੇ ਨਹਾਉਣ ਲਈ ਕਿਹਾ। ਨਾ ਕੋਈ ਸਖੀ ਨਾ ਕੋਈ ਰਿਸ਼ਤੇਦਾਰ, ਮਾਂ ਕੱਲੀ ਨੇ ਵਟਣਾ ਮਲਿਆ। ਉਹ ਆਪਣੇ ਵੱਲੋਂ ਜਿੰਨੇ ਹੋ ਸਕਦੇ ਸਨ ਉਹ ਸ਼ਗਨ ਵਿਹਾਰ ਕਰਨਾ ਚਾਹੁੰਦੀ ਸੀ। ਇਹ ਵੀ ਕੋਈ ਵਿਆਹ ਸੀ ਜਿੱਥੇ ਮੈਂ ਤੇ ਮਾਂ ਹੀ ਮੇਲ ਸੀ। ਨਾ ਕੋਈ ਗੀਤ, ਨਾ ਰੌਲਾ ਰੱਪਾ, ਨਾ ਮੈਂ ਮਾਈਏ ਬੈਠੀ। ਬਾਪੂ ਨੇ ਸਾਨੂੰ ਦੋਨਾਂ ਨੂੰ ਕਾਰ 'ਚ ਬਿਠਾਇਆ ਤੇ ਇੱਕ ਗੁਰਦੁਆਰੇ ਵਿੱਚ ਲੈ ਗਿਆ। ਮੇਰਾ ਚਿਹਰਾ ਅੱਧਾ ਘੁੰਡ ਕੱਢ ਕੇ ਲੁਕਾ ਦਿੱਤਾ। ਮੇਰੀ ਧੌਣ ਵੀ ਨੀਵੀਂ ਸੀ। ਮੈਂ ਚੋਰ ਅੱਖਾਂ ਨਾਲ ਚੁੰਨੀ ਵਿੱਚੋਂ ਝਾਤੀ ਮਾਰ ਕੇ ਕੁਝ ਤੱਕਣਾ ਚਾਹਿਆ। ਬਸ 2-3 ਓਪਰੇ ਚਿਹਰੇ ਨਜ਼ਰ ਆਏ। ਬਾਪੂ ਨੇ ਵੀਰਾਂ ਨੂੰ ਵੀ ਨਹੀਂ ਬੁਲਾਇਆ ਸੀ। ਪਤਾ ਨਹੀਂ ਉਹਨਾਂ ਨੂੰ ਵੀ ਵਿਆਹ ਬਾਰੇ ਪਤਾ ਸੀ ਕਿ ਨਹੀਂ। ਜੇ ਉਹ ਵਿਆਹ ਬਾਰੇ ਕੁਝ ਜਾਣਦੇ ਵੀ ਹੋਏ ਤਾਂ ਕੀ? ਉਹ ਵੀ ਤਾਂ ਬਾਪੂ ਦੀ ਬੋਲੀ ਹੀ ਬੋਲਦੇ ਸਨ। ਬਾਪੂ ਉਹਨਾਂ ਦੀ ਹਰ ਰੀਝ ਪੂਰੀ ਕਰਦਾ ਸੀ। ਅਚਾਨਕ ਗੱਡੀ ਦੀ ਚੀਕ ਨੇ ਮੈਨੂੰ ਯਾਦਾਂ ਦੇ ਭਵਜਲ 'ਚੋਂ ਬਾਹਰ ਕੱਢਿਆ। ਬਾਹਰ ਤੱਕਿਆ, ਮੇਰਾ ਸਟੇਸ਼ਨ ਆ ਗਿਆ ਸੀ। ਮੈਂ ਆਪਣੇ ਸਮਾਨ ਵਾਲਾ ਬੈਗ ਚੁੱਕਿਆ ਤੇ ਸਟੇਸ਼ਨ ਤੋਂ ਬਾਹਰ ਆ ਗਈ। ਰਿਕਸ਼ਾ ਲੈ ਬੱਸ ਅੱਡੇ 'ਤੇ ਪਹੁੰਚੀ। ਆਪਣੇ ਪਿੰਡ ਵਾਲੀ ਬੱਸ ਦਾ ਪਤਾ ਕਰ ਬੈਠ ਗਈ। ਅੱਧੇ ਘੰਟੇ ਤੀਕ ਆਪਣੇ ਘਰ ਪਹੁੰਚ ਜਾਣਾ ਸੀ। ਆਨੰਦ ਕਾਰਜਾਂ ਮਗਰੋਂ ਮੈਨੂੰ ਤੋਰ ਦਿੱਤਾ। ਤੋਰਨ ਲੱਗਿਆਂ ਮਾਂ ਨੇ ਬਾਪੂ ਦੀ ਪਰਵਾਹ ਕੀਤੇ ਬਗੈਰ ਹੀ ਮੈਨੂੰ ਧਾਂ ਕਲਵੱਕੜੀ ਪਾ ਲਈ। ਮਾਂ ਦੀਆਂ ਭੁੱਬਾਂ ਨਿਕਲ ਜਾਂਦੀਆਂ ਸਨ। ਮੈਂ ਤਾਂ ਪੱਥਰ ਬਣੀ ਖੜੀ ਰਹੀ। ਬਾਪੂ ਲਈ ਤਾਂ ਮੈਂ ਸਿਰਫ ਪੱਥਰ ਹੀ ਸੀ। ਅੱਜ ਤੋਂ ਤਾਂ ਬਾਪੂ ਪੱਥਰ ਤੋਂ ਵੀ ਆਜ਼ਾਦ ਹੋ ਚੱਲਿਆ ਸੀ। ਅੱਜ ਤੀਕ ਮੈਂ ਬਾਪੂ ਨੂੰ ਕਦੀ ਵੀ ਪੂਰੀ ਤਰ੍ਹਾਂ ਤੱਕਿਆ ਨਹੀਂ ਸੀ। ਬਾਪੂ ਨੇ ਤਾਂ ਮੈਨੂੰ ਤੱਕਣਾ ਹੀ ਕੀ ਸੀ। ਬਸ ਇੱਕ 6 ਫੁੱਟਾ ਗਿੱਠ ਦੀ ਦਾੜੀ ਵਾਲਾ ਪਰਛਾਵਾਂ ਮੇਰੇ ਜ਼ਿਹਨ 'ਚ ਸੀ। ਕਦੇ ਰੇਲ, ਕਦੇ ਬੱਸ, ਕਦੇ ਰਿਕਸ਼ੇ ਵਿੱਚ ਚੜ੍ਹਨ ਉਤਰਨ ਮਗਰੋਂ ਮੈਂ ਇੱਕ ਘਰ ਵਿੱਚ ਆ ਗਈ ਸੀ। ਰਾਤ ਵੀ ਰਾਹ ਵਿੱਚ ਲੰਘ ਗਈ ਸੀ। ਅਗਲੇ ਦਿਨ ਦੀ ਦੁਪਹਿਰ ਵੀ ਲੰਘ ਚੱਲੀ ਸੀ। ਘਰ ਵੜਨੋਂ ਪਹਿਲਾਂ ਤੇਲ ਚੋ ਕੇ ਮੇਰਾ ਸਵਾਗਤ ਕੀਤਾ ਗਿਆ। ਮਾਂ ਦੀਆਂ ਦੁਆਵਾਂ ਲੇਖੇ ਲੱਗ ਗਈਆਂ। ਸਹੁਰਾ ਘਰ ਮੇਰੇ ਲਈ ਸਵਰਗ ਨਿਕਲਿਆ। ਪਤੀ ਬਸ 5-6 ਸਾਲ ਵੱਡਾ ਸੀ ਤੇ ਖੱਬੀ ਲੱਤ ਤੋਂ ਥੋੜਾ ਲੰਘਾ ਕੇ ਤੁਰਦਾ ਸੀ। ਸਹੁਰਾ ਮੇਰਾ ਨਿਰਾ ਦੇਵਤਾ ਸੀ। ਦਿਨ ਰਾਤ ਅਸੀਸਾਂ ਨਾਲ ਮੇਰੀ ਝੋਲੀ ਭਰ ਦਿੰਦਾ ਸੀ। ਬਾਪੂ ਦੇ ਪਿਆਰ ਤੋਂ ਕੋਰੀ ਮੇਰੀ ਆਤਮਾ ਨੇ ਸਕੂਨ ਮਹਿਸੂਸ ਕੀਤਾ ਸੀ। ਕਿਤੋਂ ਤਾਂ ਝੋਲੀ ਵਿੱਚ ਖੈਰਾਤ ਪਈ ਸੀ। ਸੱਸ ਹੁੰਦੀ ਤਾਂ ਮਾਂ ਵਾਲੀ ਥਾਂ ਨੂੰ ਪੂਰਾ ਕਰ ਦਿੰਦੀ। ਸਮਾਂ ਲੰਘਦਾ ਜਾ ਰਿਹਾ ਸੀ ਪਰ ਕਦੀ-ਕਦੀ ਮਾਂ ਦੀ ਯਾਦ ਸੀਨੇ ਨੂੰ ਧੂ ਪਾਉਂਦੀ। 4 ਸਾਲਾਂ ਵਿੱਚ ਮੈਂ ਇੱਕ ਮੁੰਡੇ ਕੁੜੀ ਦੀ ਮਾਂ ਬਣ ਗਈ ਸੀ। ਮਾਂ ਬਣਨ ਮਗਰੋਂ ਮਾਂ ਦੀ ਹੋਰ ਵੀ ਜ਼ਿਆਦਾ ਯਾਦ ਆਉਂਦੀ। ਮੇਰੀ ਚੋਰੀ ਡਿੱਗਦੇ ਅੱਥਰੂਆਂ ਨੂੰ ਮੇਰੇ ਸਹੁਰੇ ਨੇ ਇੱਕ ਦਿਨ ਬੋਚ ਲਿਆ। ਉਸਨੇ ਮੈਨੂੰ ਕਿਹਾ, ਧੀਏ ਮੈਂ ਨਹੀਂ ਜਾਣਦਾ ਤੇਰਾ ਪਿੰਡ ਕਿਹੜਾ। ਸਾਨੂੰ ਤੇਰੇ ਬਾਪ ਨਾਲ ਮਿਲਾਉਣ ਵਾਲਾ ਵੀ ਗਾਹਾਂ ਦੀ ਗਾਹਾਂ ਸੀ ਕੋਈ। ਉਹਦਾ ਮੈਨੂੰ ਕੋਈ ਥਾਂ ਪਤਾ ਨਹੀਂ। ਉਹਨੇ ਇੱਕ ਗੱਲ ਮੁਕਾਈ ਸੀ, ਬਸ ਤੈਨੂੰ ਤੇਰੇ ਪੇਕੇ ਪਿੰਡ ਬਾਰੇ ਨਾ ਕੁਝ ਪੁੱਛਣਾ, ਨਾ ਕਦੇ ਤੈਨੂੰ ਜਾਣ ਦੇਣਾ। ਜੇ ਤੈਨੂੰ ਆਪਣੇ ਘਰ ਦੀ ਬਹੁਤੀ ਯਾਦ ਆਉਂਦੀ ਹੈ ਤਾਂ ਆਪਾਂ ਤੈਨੂੰ ਮਿਲਾ ਲਿਆਉਂਦੇ ਹਾਂ। ਮੈਨੂੰ ਤਾਂ ਪਿੰਡ ਦਾ ਕੁਝ ਪਤਾ ਨਹੀਂ। ਤੈਨੂੰ ਪਤਾ ਕੁਝ? ਤੇਰਾ ਬਾਪ ਕੁਝ ਬੋਲਿਆ ਤਾਂ ਮੈਂ ਆਪੇ ਨਿਬੇੜ ਲਊਂ ਉਹਦੇ ਨਾਲ। ਮੇਰੇ ਹੌਂਕਿਆਂ ਨੇ ਮੇਰੇ ਸਹੁਰੇ ਨੂੰ ਬੁੱਕਲ ਵਿੱਚ ਲੈ ਕੇ ਬਾਪ ਵਾਲਾ ਪਿਆਰ ਵੰਡਾਉਣ ਲਈ ਮਜਬੂਰ ਕੀਤਾ। ਕੁੜੇ ਜੀਤੀਏ, ਤੂੰ ਹੈ ਭਲਾ? ਮੈਂ ਬੱਸੋਂ ਉਤਰ ਗਲੀ ਵਿੱਚ ਤੁਰੀ ਜਾ ਰਹੀ। ਮੈਨੂੰ ਪਿੱਛੋਂ ਆਵਾਜ਼ ਵੱਜੀ ਤੇ ਮੈਂ ਰੁਕ ਗਈ। ਮੈਂ ਪਿੱਛੇ ਮੁੜ ਕੇ ਚਾਚੀ ਨੂੰ ਜਵਾਬ ਦਿੱਤਾ, ਸਤਿ ਸ਼੍ਰੀ ਅਕਾਲ ਚਾਚੀ। ਹਾਂ ਚਾਚੀ, ਮੈਂ ਜੀਤੀ। ਮੈਂ ਚਾਚੀ ਨੂੰ ਗਲਵੱਕੜੀ ਪਾ ਮਿਲੀ। ਹੋਰ ਸੁਣਾ, ਕਿਵੇਂ ਆ ਕੁੜੇ? ਹੁਣ ਪਹੁੰਚੀ? ਕੋਈ ਲੈਣ ਨਹੀਂ ਆਇਆ? ਚਾਚੀ ਨੇ ਗੱਲ ਆ ਮੈਨੂੰ ਸਵਾਲ ਕੀਤੇ। ਠੀਕ ਆ ਚਾਚੀ, ਜਦੋਂ ਤੁਹਾਡਾ ਫੋਨ ਗਿਆ ਬਈ ਬਾਪੂ ਬਹੁਤ ਢਿੱਲਾ, ਉਸੇ ਵੇਲੇ ਤੁਰ ਪਈ ਸਾਂ। ਪਰ ਰਾਹ 'ਚ ਹੀ ਬਾਪੂ ਅੱਗੋਂ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਚਾਚੀ ਨੇ ਮੈਨੂੰ ਆਪਣੇ ਘਰ ਵੱਲ ਤੋਰਦਿਆਂ ਕਿਹਾ, ਚੱਲ ਕੇਰਾ ਘਰੇ ਆਪਣੇ, ਐਨੀ ਲੰਮੀ ਵਾਟ ਤੋਂ ਆਈਆਂ, ਚਾਹ ਪਾਣੀ ਪੀ ਕੇ ਚੱਲਦੇ ਆਂ। ਜਦੋਂ ਮੈਨੂੰ ਮੇਰਾ ਸਹੁਰਾ ਮੇਰੇ ਪਿੰਡ ਮਾਂ ਨੂੰ ਮਿਲਾਉਣ ਲਈ ਲੈ ਕੇ ਆਇਆ ਸੀ ਤਾਂ ਅਸੀਂ ਇਸੇ ਸ਼ਰੀਕੇ 'ਚ ਚਾਚੀ ਲੱਗਦੀ ਘਰ ਰਾਤ ਕੱਟੀ ਸੀ। ਉਦੋਂ ਵੀ ਚਾਚੀ ਨੇ ਸੱਦ ਮਾਰ ਕੇ ਆਪਣੇ ਘਰ ਬੁਲਾ ਲਿਆ ਸੀ। ਚਾਹ ਪਾਣੀ ਪਿਆ ਕੇ ਚਾਚੀ ਨੇ ਮਾਂ ਬਾਰੇ ਦੱਸਿਆ ਸੀ, ਜੀਤੀਏ ਤੇਰੀ ਬੀਬੀ ਦਾ ਬੜਾ ਮਾੜਾ ਹਾਲ ਹੋ ਗਿਆ ਸੀ।
ਤੈਨੂੰ ਤੋਰਨ ਮਗਰੋਂ ਮੰਜੇ ਨਾਲ ਜੁੜ ਕੇ ਰਹਿ ਗਈ ਵਿਚਾਰੀ। ਤੇਰੇ ਵੀਰਾਂ ਨੇ ਕਾਲਜ 'ਚ ਪੜ੍ਹਦੀਆਂ ਕੁੜੀਆਂ ਨਾਲ ਵਿਆਹ ਕਰਾ ਲਏ। ਉਹ ਤਾਂ ਸ਼ਹਿਰੀ ਹੋ ਗਏ, ਕਦੇ ਪਿੰਡ ਵੱਨੀ ਉਹਨਾਂ ਨੇ ਮੂੰਹ ਹੀ ਨਹੀਂ ਕੀਤਾ। ਤੇਰੀ ਬੇਬੇ ਵਿਚਾਰੀ ਮੌਤ ਨਾਲ ਘੁਲਦੀ ਰਹੀ, ਪਰ ਉਹਨਾਂ ਦੋਹਾਂ ਨੇ ਆਉਂਦੀ ਸੰਗਰਾਂਦ ਨੂੰ 6 ਮਹੀਨੇ ਹੋ ਜਾਣੇ ਆ ਮੁੱਕੀ ਨੂੰ। ਮਾਂ ਤੁਰ ਗਈ ਸੀ ਮੈਨੂੰ ਮਿਲੇ ਬਗੈਰ ਹੀ। ਉਹਦੀ ਆਖਰੀ ਗਲਵੱਕੜੀ ਦਾ ਚੇਤਾ ਆਇਆ। ਉਹ ਮਨਾ ਮੇਰਿਆ, ਜੇ ਮਾਂ ਨੇ ਇੰਜ ਤੁਰ ਜਾਣਾ ਸੀ, ਮੈਂ ਉਹਨੂੰ ਉਦੋਂ ਕਿਉਂ ਨਾ ਘੁੱਟ ਕੇ ਮਿਲੀ? 6 ਮਹੀਨੇ ਪਹਿਲਾਂ ਕਿਉਂ ਨਾ ਆਈ? ਮੈਂ ਉਹਨੂੰ ਆਪਣੇ ਨਾਲ ਲੈ ਜਾਂਦੀ। ਮੇਰਾ ਅੰਦਰਲਾ ਆਪਾ ਮੈਨੂੰ ਲਾਹਨਤਾਂ ਪਾ ਰਿਹਾ ਸੀ। ਹੁਣ ਮੈਨੂੰ ਕਿਹਨੇ ਦੱਸਣਾ ਸੀ ਬਾਪੂ ਦਾ? ਵਾਪਸ ਮੁੜਦਿਆਂ ਮੇਰੇ ਸਹੁਰੇ ਨੇ ਚਾਚੀ ਨੂੰ ਮੇਰਾ ਨੰਬਰ ਦਿੱਤਾ ਸੀ। ਭਾਈ ਜੀਤੀ ਨੂੰ ਕਦੇ ਵੇਲੇ ਕੁਵੇਲੇ ਦੁਖਦੇ ਸੁਖਦੇ ਫੋਨ ਕਰ ਲਿਆਇਓ। ਅੱਜ ਵੀ ਚਾਚੀ ਚਾਹ ਪਿਉਣ ਮਗਰੋਂ ਬੋਲੀ, ਜੀਤੀਏ 8-10 ਦਿਨਾਂ ਦਾ ਤਾਂ ਤੇਰਾ ਬਾਪੂ ਬਾਲਾ ਹੀ ਢਿੱਲਾ। ਤੇਰੇ ਵੀਰੇ ਨੇ ਕੋਈ ਪੁੱਛ ਗਿੱਛ ਪ੍ਰਤੀਤ ਨਹੀਂ ਕੀਤੀ। ਭਲਾ ਇੰਨਾ ਵੀ ਬੰਦਾ ਕਾਹਦਾ ਕਾਮਾ ਹੋਇਆ ਜੇ ਦੁਖਦੇ ਸੁਖਦੇ ਹਾਲ ਹੀ ਨਹੀਂ ਪੁੱਛਣਾ? ਕਾਹਦੀ ਖਾਤਰ ਮਾਂ ਪਿਓ ਦਿਨ ਰਾਤ ਇੱਕ ਕਰਦੇ ਆ ਤੇ ਔਲਾਦ ਪਿਛਲੇ 3-4 ਦਿਨਾਂ ਤੋਂ ਤੈਨੂੰ ਯਾਦ ਕਰਦਾ ਸੀ। ਅਖੇ ਕੋਈ ਜੀਤੀ ਨੂੰ ਸੁਨੇਹਾ ਲਾ ਬੁਲਾ ਲਵੋ। ਮੈਂ ਤੇਰਾ ਦਿੱਤਾ ਨੰਬਰ ਬੜਾ ਲਵਾ ਦੇਖਿਆ, ਪਰ ਮਿਲਦਾ ਹੀ ਨਹੀਂ ਸੀ। ਚਾਚੀ ਕੀ ਕਰਦੀ? ਜਵਾਕਾਂ ਨੇ ਲੜਦਿਆਂ ਫੋਨ ਹੇਠਾਂ ਸੁੱਟਤਾ। ਦੁਕਾਨ ਵਾਲੇ ਨੇ ਠੀਕ ਕਰਨ ਤੇ 4-5 ਦਿਨ ਲਾ ਦਿੱਤੇ। ਮੈਂ ਆਪਣੀ ਮਜਬੂਰੀ ਸੁਣਾ ਦਿੱਤੀ, ਜਿਹੜੀ ਮੰਦਭਾਗੀ ਸੀ ਮੇਰੇ ਲਈ, ਜਿਹੜਾ ਬਾਪੂ ਨੂੰ ਮਿਲਣਾ ਨਸੀਬ ਨਾ ਹੋਇਆ। ਮੈਂ ਤੇਰੇ ਵੀਰਾਂ ਨੂੰ ਵੀ ਸੁਨੇਹਾ ਭੇਜਿਆ ਸੀ ਬਈ ਜੀਤੀ ਆਪਣਾ ਪਿੰਡ ਦੱਸ ਕੇ ਗਈ ਆ, ਕੋਈ ਜਾਣਾ ਜਾ ਕੇ ਉਹਨਾਂ ਨੂੰ ਲੈ ਆਓ। ਪਰ ਜਿਵੇਂ ਤੈਨੂੰ ਦੱਸਿਆ, ਉਹਨਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ। ਸੁਣਿਆ ਬਈ ਬਹੂਆਂ ਦੇ ਇਸ਼ਾਰਿਆਂ 'ਤੇ ਨੱਚਦੇ ਆ ਦੋਵੇਂ। ਘਰ ਜਵਾਈ ਬਣਨਾ ਸੌਖਾ? ਤੇਰੇ ਬਾਪੂ ਨੂੰ ਜਿਹਨੂੰ ਕੋਈ ਦਵਾ ਦਾਰੂ ਹੋ ਸਕੀ ਓਨੀ ਕੁ ਤੇਰਾ ਚਾਚਾ ਕਰਵਾਉਂਦਾ ਰਿਹਾ। ਦਲੀਆ ਜਾਂ ਖਿਚੜੀ ਬਣਾ ਕੇ ਮੈਂ ਆਪ ਦੇ ਕੇ ਆਉਂਦੀ ਰਹੀ ਹਾਂ। 3 ਦਿਨ ਹੋ ਗਏ ਸੀ, ਕੁਛ ਨਹੀਂ ਲੰਘਦਾ ਸੀ ਸੰਗੋਂ। ਹੁਣ ਤਾਂ ਬਾਲਾ ਔਖਾ ਹੋ ਮੁੱਕਿਆ। ਚਾਚੀ ਨੇ ਸਾਰੀਆਂ ਵਿਥੀਆਂ ਸੁਣਾ ਧਰੀ। ਮੈਂ ਤੇ ਚਾਚੀ ਘਰ ਵੱਲ ਨੂੰ ਤੁਰ ਪਈਆਂ। ਘਰ ਪਹੁੰਚ ਧਿਆਨ ਲਾ ਤੱਕਿਆ। ਘਰ ਹੁਣ ਘਰ ਨਹੀਂ ਲੱਗ ਰਿਹਾ ਸੀ। ਮਾਂ ਇਸ ਨੂੰ ਸਾਫ਼ ਸੁਥਰਾ ਰੱਖਦੀ ਸੀ। ਵਿਹੜੇ ਵਿੱਚ ਘਾਹ ਉੱਗਿਆ ਪਿਆ ਸੀ। ਵਿਹੜੇ ਵਿੱਚ ਮਾਂ ਦੀ ਆਤਮਾ ਘੁੰਮਦੀ ਨਜ਼ਰ ਆਈ। ਬਾਪੂ ਤੁਰ ਗਿਆ ਸੀ। ਆਸ-ਪਾਸ ਲੋਕਾਂ ਦਾ ਇਕੱਠ ਸੀ। ਬਾਪੂ ਦੀਆਂ ਗੱਲਾਂ ਹੋ ਰਹੀਆਂ ਸਨ, ਪਰ ਬਾਪੂ ਨੂੰ ਰੋਣ ਵਾਲਾ ਕੋਈ ਨਹੀਂ ਸੀ। ਬਾਪੂ ਦੇ ਮੂੰਹ ਤੋਂ ਕੱਪੜਾ ਪਾਸੇ ਕਰ ਅੱਜ ਪਹਿਲੀ ਵਾਰ ਨੀਚ ਲਾ ਤੱਕਿਆ। ਦੇਖ ਕੇ ਧਾਹਾਂ ਨਿਕਲ ਆਈਆਂ। ਮਾਂ ਨੂੰ ਵੀ ਚੇਤੇ ਕੀਤਾ। ਸ਼ਾਮ ਦੇ 4 ਵੱਜ ਚੱਲੇ ਸਨ, ਪਰ ਦੋਨਾਂ ਭਰਾਵਾਂ 'ਚੋਂ ਅਜੇ ਕੋਈ ਨਹੀਂ ਸੀ ਆਇਆ। ਸੰਸਕਾਰ ਦਾ ਇੰਤਜ਼ਾਮ ਵੀ ਪਿੰਡ ਵਾਸੀਆਂ ਨੇ ਕੀਤਾ ਸੀ। ਲੋਕਾਂ ਨੇ ਆਪਸ 'ਚ ਰਾਏ ਕੀਤੀ, ਚਲੋ ਭਾਈ ਬਹੁਤ ਟਾਈਮ ਹੋ ਗਿਆ, ਮੁੰਡੇ ਨਹੀਂ ਆਉਂਦੇ ਤਾਂ ਕੀ, ਕੁੜੀ ਹੈਗੀ ਆ, ਸੰਸਕਾਰ ਕਰ ਦਈਏ ਹੁਣ। ਇੱਕ ਸਿਆਣੇ ਬਜ਼ੁਰਗ ਨੇ ਕਿਹਾ। ਸ਼ਮਸ਼ਾਨ ਘਾਟ ਜਾ ਕੇ ਮੈਂ ਕਿਹਾ, ਵੀਰੇ ਨਹੀਂ ਤਾਂ ਮੈਂ ਬਾਪੂ ਨੂੰ ਅੰਤਿਮ ਵਿਦਾਈ ਦਿਆਂਗੀ। ਕਾਸ਼ ਬਾਪੂ ਅੱਜ ਤੂੰ ਦੇਖਦਾ, ਤੇਰੇ ਫੁੱਲਾਂ ਵਾਂਗਰ ਪਾਲੇ ਪੁੱਤਾਂ ਨੇ ਤੈਨੂੰ ਅੰਤ ਵੇਲੇ ਪਾਣੀ ਵੀ ਨਹੀਂ ਪੁੱਛਿਆ। ਦੂਰ ਵਿਆਹੀ ਤੇਰੀ ਧੀ ਪੈਂਡੇ ਲੰਘ ਆਈ ਸੀ ਤੇਰੇ ਕੋਲ। ਆਖਰ ਤੈਨੂੰ ਤੇਰੀ ਉਸੇ ਧੀ ਨੇ ਅਗਣੀ ਦਿੱਤੀ, ਜਿਹਨੂੰ ਤੂੰ ਸਾਰੀ ਉਮਰ ਆਪਣੇ ਪਿਆਰ ਤੋਂ ਵਾਂਝਾ ਰੱਖਿਆ। ਧੰਨਵਾਦ ਜੀ। ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਨੇ, ਪਲੀਜ਼ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕਹਾਣੀ ਕਿੱਦਾਂ